देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। खेती कानूनों के हक विच बीजेपी ने फैसला किया कि देश भर विच प्रेस कॉन्फ्रेंस की जाएगी, किसानों नाल गलबात की जाएगी, पत्रकारों नाल गलबात की जाएगी, लोगों नाल गलबात की जाएगी। एक माहौल बनाया जाएगा कि खेती कानून जिहड़े आ वो किसानों के हक विच है। खेती कानूनों दी जिहड़ियां बरीकियां है वो लोगों नूं समझाईयां जाणगियां ताकि जिहड़ा विरोध का माहौल चल रहा है, जिहड़ा किसान दिल्ली विच विरोध कर रहे हैं, उस माहौल नूं चेंज किया जा सके। उसी दे अंतर्गत चंडीगढ़ विच किसान महापंचायत दा कार्यक्रम रखा गया सी। पिंड दड़ुआ विच जो कि चंडीगढ़ विच पैंदा है, असीं उत्थे खड़े हैं। इस पिंड विच किसान महापंचायत दा जिहड़ा अज कार्यक्रम रखा गया सी। इस विच हरियाणा बीजेपी के जिहड़े प्रेजिडेंट है OP धनखड़ साहब वो उस शामिल होने वाले सीगे, पर उन्हां दा इत्थे विरोध शुरू हो गया। पहले कांग्रेस ने इत्थे उन्हां दा विरोध किया, हुण कुछ होर पार्टियां जिहड़ियां उन्हां दा विरोध कर रहे हैं। और जिहड़े खेती कानून है ये कहते हैं भी खेती कानून जिहड़े आ वो किसानों के विरुद्ध ने। उस चीज़ नूं लैके जिहड़ा बीजेपी ने कार्यक्रम रखा वो गलत रखा और उसके विरोध विच जिन्ना असीं पिछले दिनों च स्टडी कीता सारे मामले नूं कल्ली कल्ली चीज़ तुहाडे विच रखांगे। सो सारे वीरां नूं बेनती है ये भी आपां ने करना। हुण मैं बेनती करदा पंजाब किसान यूनियन दे साडे मोहाली जिले के कन्वीनर अमनदीप नूं ਉਹ ਆਪਣੀ ਗੱਲ ਵਿੱਚ ਤੁਹਾਡੇ ਤੇ जिदा तुसीं सुन रहे हो इत्थे ਵੱਖ-ਵੱਖ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਪਦਾਧਿਕਾਰੀ ਇੱਥੇ ਆਏ ਹੋਏ ਨੇ ਜੋ ਕਿ ਵਿਰੋਧ ਕਰ ਰਹੇ ਨੇ OP ਧਨਖੜ ਸਾਹਿਬ ਦਾ। ਤੁਸੀਂ ਜਿਹੜਾ ਇਹ ਵਿਰੋਧ ਕਰ ਰਹੇ ਹੋ ਇਸ ਦੇ ਪਿੱਛੇ ਲੌਜਿਕ ਕੀ ਆ? ਲੌਜਿਕ ਇਹ ਹੈ ਜੀ, ਅਸੀਂ ਸਾਰੇ ਦੇਸ਼ ਦੇ ਵਿੱਚ ਕਿਸਾਨ ਇਸ ਵੇਲੇ ਲੱਖਾਂ ਦੀ ਗਿਣਤੀ ਦੇ ਵਿੱਚ ਦਿੱਲੀ ਪਹੁੰਚ ਚੁੱਕਿਆ ਹੈ। ਉਹ ਇਸ ਕਰਕੇ ਪਹੁੰਚਿਆ ਕਿਉਂਕਿ ਉਹਨੇ ਸਮਝ ਲਿਆ ਵੀ ਇਹ ਕਾਨੂੰਨ ਦੇ ਰਾਹੀਂ ਕਾਰਪੋਰੇਟ ਕੰਪਨੀਆਂ ਸਾਡੀ ਖੇਤੀ 'ਚ ਆ ਵੜਨਗੀਆਂ, ਜਿਹੜਾ ਸਾਨੂੰ ਮਨਜ਼ੂਰ ਨਹੀਂ, ਸਾਡੀ ਖੇਤੀ ਸਾਰੀ ਤਬਾਹ ਹੋ ਜਾਏਗੀ, ਸਾਡੇ ਕਿਸਾਨ ਸਾਰੇ ਮਾਰੇ ਜਾਣਗੇ, ਦੇਸ਼ ਦੀ ਅਰਥ ਵਿਵਸਥਾ ਪੇਂਡੂ ਭਾਈਚਾਰਾ ਸਾਰਾ ਖਤਮ ਹੋ ਜਾਏਗਾ। ਸੋ ਇਹ ਸਾਡਾ ਲੌਜਿਕ ਹੈ ਵੀ ਇਹ ਕਾਨੂੰਨ ਖਤਮ ਹੋਏ ਬਿਨਾਂ ਕੋਈ ਗੁਜ਼ਾਰਾ ਨਹੀਂ। ਸਰਕਾਰ ਇਹ ਕਹਿਣਾ ਚਾਹ ਰਹੀ ਹੈ ਵੀ ਅਸੀਂ ਕੁਝ ਸੋਧਾਂ ਕਰ ਦਿੰਦੇ ਹਾਂ, ਸਾਨੂੰ ਸੋਧਾ ਨਹੀਂ ਮਨਜ਼ੂਰ, ਸਾਨੂੰ ਕਾਨੂੰਨ ਨਹੀਂ ਚਾਹੀਦੇ। ਅਸੀਂ ਕਿਉਂ ਕਾਰਪੋਰੇਟ ਨੂੰ ਅਲਾਉ ਕਰਨਾ ਹੈ? ਸਰਕਾਰ ਸਾਫ਼ ਦੱਸੇ ਵੀ ਉਹਨੇ ਕਿਉਂ ਮੋਦੀ ਤੇ ਮਾਨੀ ਇਹਨੂੰ ਅਡਾਨੀ ਤੇ ਅਬਾਨੀ ਨੂੰ ਇਹਦੇ ਚ ਵਾੜਨਾ, ਇਹ ਸਪਸ਼ਟ ਕਰੇ ਸਰਕਾਰ, ਕਾਰਨ ਦੱਸੇ ਸਾਨੂੰ। ਅੱਜ ਦੜੂਆ ਵਿੱਚ ਜਿਹੜਾ ਕਿ ਚੰਡੀਗੜ੍ਹ ਵਿੱਚ ਪਿੰਡ ਪੈਂਦਾ, ਇੱਥੇ ਤੁਹਾਡਾ ਵਿਰੋਧ ਕਰਨ ਦਾ ਕੀ ਲੌਜਿਕ ਹੈ? ਇੱਥੇ ਵਿਰੋਧ ਕਰਨ ਦਾ ਲੌਜਿਕ ਇਹ ਹੈ ਵੀ ਇਹਨਾਂ ਨੇ ਇੱਕ ਤੈਅ ਕੀਤਾ ਵੀ ਅਸੀਂ ਕਿਸਾਨਾਂ ਨੂੰ ਜਾ ਕੇ ਇਹਨਾਂ ਦੇ ਲੀਡਰ ਦੱਸਣਗੇ। ਸੋ ਅੱਜ ਇੱਥੇ ਇੱਕ ਹਰਿਆਣੇ ਦਾ ਲੀਡਰ OP ਧਨਖੜ ਜਿਹੜਾ ਮੰਤਰੀ ਹੈ ਉਹਨੇ ਆਉਣਾ ਸੀਗਾ। ਸਾਨੂੰ ਪਤਾ ਲੱਗਿਆ ਸੀ ਕੱਲ ਇਹਨਾਂ ਨੇ ਪਹਿਲਾਂ ਖੁੱਡਾ ਵਾਲੀ ਸ਼ੇਰ ਪ੍ਰੋਗਰਾਮ ਰੱਖਿਆ ਸੀ। ਖੁੱਡਾ ਵਾਲੀ ਸ਼ੇਰ ਵਾਲਾ ਪ੍ਰੋਗਰਾਮ ਦੇ ਜਦੋਂ ਅਸੀਂ ਵਿਰੋਧ ਦਾ ਉੱਥੇ ਪੈਰਲਲ ਪ੍ਰੋਗਰਾਮ ਰੱਖਤਾ ਸੀਗਾ ਪੰਜਾਬ ਕਿਸਾਨ ਯੂਨੀਅਨ ਵੱਲੋਂ, ਤਾਂ ਇਹਨਾਂ ਨੇ ਉਹ ਪ੍ਰੋਗਰਾਮ ਕੈਂਸਲ ਕਰਕੇ ਇੱਥੇ ਸ਼ਿਫਟ ਕਰਤਾ। ਸੋ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਆ ਗਏ। ਸੋ ਇੱਥੇ ਆਉਣ ਦਾ ਸਾਡਾ ਲੌਜਿਕ ਇਹੀ ਹੈ ਵੀ ਜੇ ਉਹ ਲੋਕਾਂ ਨੂੰ ਭਰਮਾਣਗੇ ਤਾਂ ਬਰਾਬਰ ਅਸੀਂ ਆਪਣੀ ਜਿਹੜੀ ਸੱਚਾਈ ਹੈਗੀ ਹੈ ਕਾਨੂੰਨਾਂ ਦੀ ਉਹ ਵੀ ਲੋਕਾਂ ਦੇ ਵਿੱਚ ਰੱਖਾਂਗੇ। ਪਰ ਮੈਨੂੰ ਇਹ ਵੀ ਪਤਾ ਚੱਲਿਆ ਸ਼ਾਇਦ ਅੱਜ ਦਾ ਜਿਹੜਾ ਕਾਰਜਕ੍ਰਮ ਹੈ ਧਨਖੜ ਸਾਹਿਬ ਦਾ ਸ਼ਾਇਦ ਅੱਜ ਉਹ ਵੀ ਸ਼ਾਇਦ ਕੈਂਸਲ ਹੋ ਗਿਆ। ਸਾਨੂੰ ਵੀ ਇਹੀ ਪਤਾ ਲੱਗਿਆ ਸ਼ਾਇਦ ਪੁਲਿਸ ਵਾਲਿਆਂ ਤੋਂ ਕਿ ਉਹ ਆ ਹੀ ਨਹੀਂ ਰਿਹਾ। ਸੋ ਇਹ ਉਹਨੇ ਮੌਕੇ ਦੇ ਉੱਤੇ ਸਾਡੇ ਵਿਰੋਧ ਨੂੰ ਦੇਖਦੇ ਹੋਏ ਰੱਦ ਕੀਤਾ ਤੇ ਭਾਜਪਾ ਨੂੰ ਇਸ ਇੰਡੀਕੇਸ਼ਨ ਨੂੰ ਸਪਸ਼ਟ ਸਮਝ ਲੈਣਾ ਚਾਹੀਦਾ। ਉਹ ਜਿੱਥੇ ਜਿੱਥੇ ਜਾਣਗੇ ਹਰ ਗਲੀ ਦੇ ਵਿੱਚ ਅਸੀਂ ਉਹਨਾਂ ਨੂੰ ਹਰੇ ਝੰਡੇ ਲੈ ਕੇ ਕਾਲੇ ਝੰਡੇ ਲੈ ਕੇ ਇਸੇ ਤਰੀਕੇ ਨਾਲ ਟੱਕਰਾਂਗੇ, ਭੁਲੇਖਾ ਕੱਢ ਦੇਣ ਦਿਮਾਗ ਦੇ ਵਿੱਚੋਂ। ਜਿਹੜਾ ਅੱਜ ਕੈਂਸਲ ਹੋਇਆ ਔਰ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਪਹਿਲੇ ਸ਼ਿਫਟ ਕੀਤਾ ਪ੍ਰੋਗਰਾਮ, ਹੁਣ ਜਿਸ ਟਾਈਮ ਉਹਨਾਂ ਦੇ ਆਉਣ ਦਾ ਟਾਈਮ ਸੀਗਾ ਐਨ ਮੌਕੇ ਤੇ ਉਹ ਕੈਂਸਲ ਹੋ ਗਿਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸਾਨ ਕੀ ਦਬਾਅ ਬਣਾਉਣ 'ਚ ਕਾਮਯਾਬ ਹੋ ਗਏ ਜਾਂ ਕਿਸਾਨਾਂ ਤੋਂ ਡਰਦੇ ਆ? ਕੀ ਤਾਂ ਨਜ਼ਰ ਆ? ਦੇਖੋ ਇਹ ਲੋਕਾਂ ਦੇ ਵਿਰੋਧ ਤੋਂ ਡਰ ਰਹੇ ਨੇ। ਇਹ ਲੋਕ ਇਹਨਾਂ ਕੋਲ ਦਲੀਲ ਹੈ ਨਹੀਂ ਉੱਥੇ ਦੱਸ ਕਰਨ ਲਈ। ਇਹਨਾਂ ਨੇ ਸੋਚਿਆ ਇਹ ਸੀਗਾ ਵੀ ਅਸੀਂ ਪ੍ਰੋਗਰਾਮ ਅੰਦਰ ਖਾਤੇ ਕਰਾਂਗੇ ਚੁੱਪ ਕਰਕੇ, ਉੱਥੇ ਅੰਦਰ ਕੁਝ ਵੀ ਬੋਲਾਂਗੇ ਔਰ ਅਖਬਾਰਾਂ ਦੇ ਵਿੱਚ ਖਬਰ ਲਵਾ ਦਾਂਗੇ ਵੀ ਦੇਖੋ ਜੀ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਵਿਲਾ ਦੇ ਕਾਨੂੰਨ ਦਾ ਸਮਝਾਇਆ। ਇਹ ਇਹਨਾਂ ਨੇ ਕਰਨਾ ਸੀਗਾ। ਲੇਕਿਨ ਜੋ ਹੁਣ ਹੋਇਆ, ਜਦੋਂ ਵਿਰੋਧ ਹੋਇਆ, ਤਾਂ ਮੈਂ ਸਮਝਦਾ ਉਹਨਾਂ ਨੇ ਤਾਂ ਕਿਸੇ ਨੂੰ ਕੁਝ ਨਹੀਂ ਸਮਝਾਇਆ। ਅਸੀਂ ਜ਼ਰੂਰ ਉਹਨਾਂ ਤੋਂ ਵੱਡੀ ਸਭਾ ਕਰਕੇ ਲੋਕਾਂ ਨੂੰ ਸਮਝਾ ਕੇ ਜਾ ਰਹੇ ਹਾਂ। ਜਿੱਦਾਂ ਇਹਨਾਂ ਨੇ ਕਿਹਾ ਵੀ ਉਹ ਅੰਦਰ ਪ੍ਰੋਗਰਾਮ ਸੀਗਾ ਕਿਸਾਨਾਂ ਦਾ ਜਿਹੜਾ ਕਿ BJP ਨੇ ਰੱਖਿਆ ਸੀਗਾ, ਪਰ BJP ਦੇ ਜਿਹੜੇ ਹਰਿਆਣਾ ਦੇ ਜੋ ਲੀਡਰ ਨੇ, ਹਰਿਆਣਾ ਦੇ ਜੋ ਪ੍ਰੈਜ਼ੀਡੈਂਟ ਆ OP ਧਨਖੜ ਸਾਹਿਬ, ਉਹ ਮੌਕੇ ਤੇ ਨਹੀਂ ਆ ਪਾਏ। और पहले हालांकि जिद्दां दस्सिया गया भी पहले उन्होंने कार्यक्रम सीगा उन्होंने चेंज किया जिस टाइम उन्होंने पता चलिया भी उत्थे विरोध होएगा, पर जो हुण दड़ुआ पिंड च रखा गया तो इत्थे भी उन्होंने विरोध हो गया। पहले कांग्रेस वालियां ने विरोध किया, हुण होर
ਜਥੇਬੰਦੀਆਂ ਦੁਆਰਾ ਇਹ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਇੱਕ ਵਾਰੀ ਫੇਰ ਆਪਣਾ ਜਿਹੜਾ ਕਾਰਜਕ੍ਰਮ ਹੈ ਉਹ ਕੈਂਸਲ ਕਰ ਦਿੱਤਾ। ਪਰ ਦੂਜੇ ਪਾਸੇ ਮੈਂ ਚੰਡੀਗੜ੍ਹ ਪੁਲਿਸ ਦੀ ਸਿਕਿਉਰਿਟੀ ਦਿਖਾਉਣਾ ਚਾਹਾਂਗਾ। ਚੰਡੀਗੜ੍ਹ ਪੁਲਿਸ ਦਾ ਇੱਥੇ ਭਾਰੀ ਬੰਦੋਬਸਤ ਹੈਗਾ, ਕਿਉਂਕਿ ਪੱਛਮ ਬੰਗਾਲ 'ਚ ਜਿਹੜਾ ਨੱਡਾ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਤਰ੍ਹਾਂ ਦਾ ਕੋਈ ਇੱਥੇ ਹਮਲਾ ਨਾ ਹੋਵੇ, ਓਪੀ ਧਨਖੜ ਸਾਹਿਬ ਦੀ ਗੱਡੀ ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਾ ਹੋ ਜਾਏ। ਇਸ ਕਰਕੇ ਜਿਹੜਾ ਬੜਾ ਭਾਰੀ ਪੁਲਿਸ ਵੱਲ ਜਿਹੜਾ ਇੱਥੇ ਤੈਨਾਤ ਕੀਤਾ ਗਿਆ, ਤਾਂ ਕਿ ਜਿਹੜਾ ਕਿਸਾਨਾਂ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਉਸ ਵਿਰੋਧ ਦਾ ਮਤਲਬ ਕਿ ਪੱਛਮ ਬੰਗਾਲ ਵਰਗਾ ਕੋਈ ਇਨਸੀਡੈਂਟ ਨਾ ਹੋਵੇ, ਜਿਸ ਕਰਕੇ ਬਹੁਤ ਭਾਰੀ ਸੰਖਿਆ 'ਚ ਪੁਲਿਸ ਵੱਲ ਤੈਨਾਤ ਕੀਤਾ ਗਿਆ। ਇਸ ਤੋਂ ਪਹਿਲੇ ਜਿਸ ਟਾਈਮ ਕਾਂਗਰਸ ਦਾ ਪ੍ਰਦਰਸ਼ਨ ਸੀਗਾ, ਉਹਨਾਂ ਨੂੰ 200 ਦੇ ਕਰੀਬ ਜਿਹੜੇ ਕਾਂਗਰਸ ਕਾਰਜਕਰਤਾ ਸੀਗੇ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲਿੱਤਾ ਤੇ ਉਹ ਹਿਰਾਸਤ ਚੋਂ ਲੈਣ ਤੋਂ ਬਾਅਦ ਇੱਥੇ ਕਿਸਾਨ ਜਥੇਬੰਦੀਆਂ ਵੀ ਆਈਆਂ, ਪਰ ਹਾਲਾਂਕਿ ਉਹ ਕਿਉਂਕਿ ਕਾਂਗਰਸ ਪਾਰਟੀ ਦੇ ਸੀ ਇਸ ਕਰਕੇ ਉਹਨਾਂ ਨੂੰ ਹਿਰਾਸਤ ਲਿੱਤਾ ਗਿਆ। ਕਿਸਾਨ ਜਥੇਬੰਦੀਆਂ ਨੂੰ ਹਿਰਾਸਤ 'ਚ ਨਹੀਂ ਲਿੱਤਾ ਗਿਆ, ਇਹਨਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਆ, ਪਰ ਇਹਨਾਂ ਦਾ ਜਿਹੜਾ ਏਰੀਆ ਉਹ ਸੀਮਿਤ ਕਰ ਦਿੱਤਾ ਗਿਆ। ਜਿਹੜਾ ਤੁਸੀਂ ਆਪਣਾ ਵਿਰੋਧ ਕਰ ਰਹੇ ਹੋ, ਇਸ ਦੇ ਪਿੱਛੇ ਕੀ ਲੌਜਿਕ ਹੈ? ਵਿਰੋਧ ਸਾਡਾ ਲੌਜਿਕ ਸਿਰਫ ਇੰਨਾ ਹੀ ਹੈ ਭਾਜੀ, ਮੈਂ ਦੜੂਏ ਦਾ ਵਸਨੀਕ ਹੈ। ਸਾਡੀ ਮੇਰੀ ਅੱਜ ਬਦਕਿਸਮਤੀ ਹੈ ਕਿ ਮੈਂ ਦੜੂਏ ਦਾ ਵਸਨੀਕ ਹਾਂ, ਮੈਂ ਦੜੂਏ ਤੋਂ ਬਾਹਰ ਖੜਿਆ। ਅਸੀਂ ਸਿਰਫ ਉਹਨੂੰ ਸੁਣਨਾ, ਉਹ ਕਿਆ ਨਵੀਂ ਚੀਜ਼ ਦੱਸਣ ਆਇਆ ਸਾਨੂੰ, ਉਹ ਸਾਨੂੰ ਦੱਸੇ ਤਾਂ ਸਹੀ ਕਿਆ ਦੱਸਣ ਆਇਆ ਸਾਨੂੰ। ਕਿ ਸਾਨੂੰ ਇਹ ਦੱਸਣ ਆਇਆ ਕਿ ਅੰਬਾਨੀ ਨੇ ਰੇਲਵੇ ਵੀ ਵੇਚਦਾ ਤੁਹਾਡਾ, ਇੱਥੇ ਅਡਾਨੀ ਦਾ ਬੋਰਡ ਲੱਗਣ ਲੱਗਿਆ ਤੁਹਾਡੇ, ਸਾਨੂੰ ਇਹ ਦੱਸਣ ਆਇਆ। ਸਾਨੂੰ ਇਹ ਦੱਸਣ ਆਇਆ ਕਿ ਤੁਹਾਡੀ ਬਿਜਲੀ ਵੇਚਦੀ, ਸਾਡੇ ਬਿੱਲ ਤਾਂ ਆ ਗਏ ਡਬਲ ਹੋ ਗਏ। ਸਾਨੂੰ ਬੜੀ ਵਧੀਆ ਸਾਡਾ ਉਹਨਾਂ ਨੇ ਸਵਾਗਤ ਕੀਤਾ, ਸਾਡਾ ਬਿੱਲ ਵੀ ਆ ਗਏ। ਸਾਨੂੰ ਸਮਝਾਉਣ ਦਾ ਕੁਝ ਨਹੀਂ ਹੈ, ਸਾਨੂੰ ਸਿਰਫ ਬਾਹਰ ਕੱਢਿਆ ਗਿਆ ਪਿੰਡ ਤੋਂ, ਕੁਝ ਨਹੀਂ ਸਮਝਾਉਣ ਆਏ। ਮੇਰਾ ਖਿਆਲ ਮੈਨੂੰ ਇਹ ਦੱਸਿਆ ਗਿਆ ਵੀ ਓਪੀ ਧਨਖੜ ਸਾਹਿਬ ਦਾ ਜਿਹੜਾ ਪ੍ਰੋਗਰਾਮ ਸੀਗਾ ਸ਼ਾਇਦ ਉਹ ਕੈਂਸਲ ਹੋ ਗਿਆ, ਉਹ ਸ਼ਾਇਦ ਨਹੀਂ ਆ ਰਹੇ। ਇਹ ਤਾਂ ਸਾਡੇ ਲਈ ਬਹੁਤ ਵੱਡੀ ਜਿੱਤ ਹੈਗੀ ਹੈ ਜੀ। ਪਹਿਲਾਂ 4 ਜਗ੍ਹਾ ਤੋਂ, ਪਹਿਲਾਂ ਉਧਰੋਂ ਖੁੱਡਾਲੀ ਸ਼ੇਰ ਤੋਂ, ਧਨਾਸ ਤੋਂ, ਸਾਰੰਗਪੁਰ ਤੋਂ, ਹੋਰ ਮੇਰੇ ਖਿਆਲ 1-2 ਪਿੰਡਾਂ 'ਚ ਪਹਿਲਾਂ ਪ੍ਰੋਗਰਾਮ ਸੀਗਾ ਇਹ ਵਾਲਾ, ਤਾਂ ਉੱਥੋਂ ਕੈਂਸਲ ਕਰਵਾਇਆ ਇਹਨਾਂ ਨੇ। ਉਹਨੂੰ ਪਤਾ ਵੀ ਉੱਥੇ ਨਹੀਂ ਹੋਏ, ਕਿਉਂ ਫਿਰ ਉਹਨਾਂ ਨੇ ਮੈਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਦੇ ਹੀ ਕੁਝ ਬੰਦੇ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਗੰਗੂ ਦਾ ਨਾਮ ਦਿੱਤਾ ਹੈ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀਗਾ ਗੰਗੂ ਦਾ, ਅਸੀਂ ਉਹਨਾਂ ਨੂੰ ਗੰਗੂ ਦਾ ਨਾਮ ਦਿੱਤਾ ਬੰਦਿਆਂ ਨੂੰ। ਉਹ ਗੰਗੂ ਇੱਕ ਕਹਿੰਦਾ ਯਾਰ ਇੱਥੇ ਕਿਸਾਨ ਨਹੀਂ ਰਹਿੰਦੇ, ਤੁਸੀਂ ਇੱਥੇ ਆ ਜਾਓ। ਯਾਰ ਅਸੀਂ ਕਿਸਾਨ ਨਹੀਂ ਆ, ਮੈਂ ਦੁੱਧ ਦੀ ਡੈਰੀ ਦਾ ਕੰਮ ਕਰਦਾ, ਮੈਂ ਦੁੱਧ ਵੇਚਦਾ। ਉਹ ਕਿਸਾਨ ਵਿਚਾਰਾ ਜੇ ਕੁਝ ਬੋਊਗਾ ਤਾਂ ਮੱਝ ਖਾਏਗੀ, ਤਾਂ ਦੁੱਧ ਦੇਗੀ, ਤਾਂ ਮੈਂ ਵੇਚਾਂਗਾ, ਤਾਂ ਆਮ ਜਨਤਾ ਤੱਕ ਪਹੁੰਚੇਗਾ। ਹਰ ਇੱਕ ਬੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਕਿਸਾਨ ਨਾਲ ਸੀਮਿਤ ਹੈ, ਜੁੜਿਆ ਹੋਇਆ ਹੈ। ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੋ ਇਹ ਕਰ ਰਹੇ ਨੇ, ਕੁਝ ਨਹੀਂ। ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਤੁਹਾਡਾ ਵਿਰੋਧ ਦਾ ਪ੍ਰਭਾਵ ਸੀਗਾ ਉਹਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਕਾਰਜਕ੍ਰਮ ਕੈਂਸਲ ਕਰ ਦਿੱਤਾ। ਇਹ ਤਾਂ ਹੈ ਵੀ ਇਹ ਵਿਰੋਧ ਦੇਖਦੇ ਹੀ ਕੈਂਸਲ ਕੀਤਾ ਜਾਂ ਕੀ ਕੀਤਾ ਇਹਨਾਂ ਨੇ ਸਾਨੂੰ। ਅਸੀਂ ਤਾਂ ਕੁਝ ਨਹੀਂ, ਅਸੀਂ ਪੀਸਫੁਲੀ ਬੈਠੇ ਹਾਂ, ਹੁਣ ਵੀ ਪੀਸਫੁਲੀ ਬੈਠੇ ਹਾਂ। ਆਪਣਾ ਜੋ ਪ੍ਰੋਟੈਸਟ ਉਹ ਜੋ ਸਮਝਾਣਾ ਸਮਝਾ ਰਹੇ ਆ, ਕੋਈ ਆਇਆ ਕਿ ਨਹੀਂ ਆਇਆ ਸਾਨੂੰ ਨਹੀਂ ਪਤਾ। ਗਿਣ ਕੇ ਜਿਹੜੇ 15-20 ਬੰਦੇ, 25-30 ਬੰਦੇ ਆਉਂਦੇ ਆਏ ਆ, ਉਹ ਸਿਰਫ 500-500 ਰੁਪਏ ਲੈ ਕੇ ਆਏ ਨੇ। ਇੱਦਾਂ ਕੋਈ ਨਹੀਂ ਆਇਆ 500-500 ਰੁਪਏ ਲੈ ਕੇ ਆਏ ਨੇ, ਇੱਥੇ ਕੁਝ ਨਹੀਂ ਆਇਆ। ਸਾਡੇ ਨਾਲ ਕੁਝ ਹੋਰ ਲੋਕ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਦੇਖਦੇ ਆ ਉਹਨਾਂ ਦਾ ਕੀ ਕਹਿਣਾ। ਜਿਹੜਾ ਤੁਸੀਂ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਬੀਜੇਪੀ ਦੇ ਕਾਰਜਕ੍ਰਮ ਦਾ, ਇਸ ਦੇ ਪਿੱਛੇ ਕੀ ਲੌਜਿਕ ਹੈ, ਕੀ ਮੰਨਦੇ ਹੋ? ਇਹਦੇ ਪਿੱਛੇ ਲੌਜਿਕ ਇਹ ਹੈ ਜੀ ਵੀ ਜਦੋਂ ਇਹਨਾਂ ਨੇ ਇਹ ਸਾਡੇ ਪਿੰਡ ਦੇ ਵਿੱਚ ਇਕੱਠ ਕੀਤਾ ਤਾਂ ਘੱਟੋ ਘੱਟ ਪਿੰਡ ਦੇ ਬੰਦਿਆਂ ਨੂੰ ਤਾਂ ਬਿਠਾਓ ਉੱਥੇ। ਸਾਨੂੰ ਤੁਸੀਂ ਬਾਹਰ ਕੱਢਿਆ ਵਾ ਤਾਂ ਜੋ ਅਸੀਂ ਸਵਾਲਾਂ ਤੁਹਾਨੂੰ ਪੁੱਛ ਸਕੀਏ। ਤੁਸੀਂ ਇਸੇ ਪਿੰਡ ਦੇ ਹੋ? ਬਿਲਕੁਲ ਅਸੀਂ ਇਸੇ ਪਿੰਡ ਦੇ ਆ ਜੀ, ਤਾਂ ਹੀ ਤਾਂ ਸਾਡਾ ਵਿਰੋਧ ਇਹੀ ਆ। ਅਸੀਂ ਖੁਦ ਬੀਜੇਪੀ ਨੂੰ ਵੋਟਾਂ ਪਾਈਆਂ, ਪਰ ਜਦੋਂ ਬੀਜੇਪੀ ਦੀ ਨੀਤੀ ਸਾਨੂੰ ਲੱਗਿਆ ਗਲਤ ਹੈ ਤਾਂ ਅਸੀਂ ਕਿਸਾਨਾਂ ਦੇ ਹੱਕ ਨਾਲ ਖੜੇ ਆ। ਕਿਉਂਕਿ ਸੰਨ 96 ਤੱਕ ਅਸੀਂ ਖੁਦ ਖੇਤੀ ਕਰਦੇ ਰਹੇ ਹਾਂ। 96 ਤੋਂ ਬਾਅਦ ਜੋ ਨੇੜੇ ਤੇੜੇ ਦਾ ਇਲਾਕਾ ਹੈ ਸਾਰਾ ਜੰਗਲਾਤ ਕਰਕੇ ਜੋ ਗਵਰਨਮੈਂਟ ਨੇ ਅਕਵਾਇਰ ਕਰ ਲਿਆ ਸੀ, ਉਹਦੇ ਬਾਵਜੂਦ ਵੀ ਸਾਡੇ ਬਾਹਰ ਪੈਲੀਆਂ ਹੈਗੀਆਂ, ਅਸੀਂ ਖੇਤੀ ਕਰਦੇ ਹਾਂ। ਸਾਡੇ ਬਜ਼ੁਰਗ ਅਜੇ ਵੀ ਖੇਤੀ ਕਰਦੇ ਆ, ਠੀਕ ਹੈ। ਅਸੀਂ ਮੰਨ ਸਕਦੇ ਵੀ ਚਲੋ ਅਸੀਂ ਘੱਟ ਪੜ੍ਹੇ ਹੋਏ ਹਾਂ, ਸਾਨੂੰ ਕਾਨੂੰਨਾਂ ਦੀ ਸਮਝ ਨਹੀਂ ਹੈ, ਪਰ 3 ਲੱਖ ਬੰਦਾ ਜਿਹੜਾ ਉੱਥੇ 10 ਲੱਖ ਬੰਦਾ ਉੱਥੇ ਬੈਠਾ, ਉਹਦੇ 'ਚ IPS ਅਫਸਰ ਵੀ ਹੈਗੇ ਆ, ਐਡਵੋਕੇਟ ਵੀ ਹੈਗੇ ਆ, ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਵੀ ਹੈਗੇ ਆ। ਕਿ ਉਹਨਾਂ ਨੂੰ ਵੀ ਕਾਨੂੰਨ ਦਾ ਪਤਾ ਨਹੀਂ? ਜਦੋਂ ਉਹ ਕਹਿ ਰਹੇ ਕਿ ਇਹ ਬਿੱਲ ਰੱਦ ਹੋਣੇ ਚਾਹੀਦੇ ਆ, ਕਿਉਂਕਿ ਸਾਨੂੰ ਤਾਂ ਛੋਟੀ ਜਿਹੀ ਐਗਜ਼ਾਮਪਲ ਇੱਕ ਇਹ ਹੈ ਕਿ ਜਿਵੇਂ ਹੁਣ ਸਾਡਾ ਗਵਰਨਮੈਂਟ ਸਕੂਲ ਆ, ਮੈਂ ਖੁਦ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹਿਆ। ਅੱਜ ਦੇ ਚੱਲਣ ਕੀ ਹੈ, ਲੋਕ ਪ੍ਰਾਈਵੇਟ ਸਕੂਲਾਂ ਵੱਲ ਨੂੰ ਭੱਜ ਰਹੇ, ਗਵਰਨਮੈਂਟ ਸਕੂਲ ਜਿਹੜੇ ਤਾਲਾ ਲੱਗਣ ਦੀ ਕਗਾਰ 'ਚ ਆ ਗਏ। ਇਸੇ ਤਰ੍ਹਾਂ ਹੋਣਾ ਕੀ ਹੈ, ਜਦੋਂ ਮੰਡੀਆਂ ਦੇ ਪੈਰਲਰ ਪ੍ਰਾਈਵੇਟ ਮੰਡੀਆਂ ਲੱਗ ਜਾਣੀਆਂ ਤਾਂ ਦੂਜੀਆਂ ਮੰਡੀਆਂ ਨੂੰ ਤਾਲਾ ਲੱਗ ਜਾਣਾ। ਉਸ ਤੋਂ ਬਾਅਦ ਹੋਣਾ ਕੀ ਹੈ, ਪ੍ਰਾਈਵੇਟ ਮੰਡੀ ਵਾਲੇ ਨੇ 3 ਸਾਲ ਤੁਹਾਨੂੰ ਵਧੀਆ ਦਾਮ ਦੇ ਕੇ ਤੁਹਾਡੀ ਫਸਲ ਚੱਕਣੀ, ਚੌਥੇ ਸਾਲ ਤੁਹਾਨੂੰ ਕਹਿ ਦੇਣਾ ਵੀ ਭਾਈ ਮੈਂ ਤਾਂ 2 ਰੁਪਏ ਦੇਣੇ ਆ, ਤੇਰੀ ਫਸਲ ਦੇ ਲੈਣੇ ਲੈ, ਨਹੀਂ ਤਾਂ ਭੱਜ ਜਾ। ਜਦੋਂ ਅਸੀਂ ਮੁੜ ਕੇ ਦੁਬਾਰਾ ਗਵਰਨਮੈਂਟ ਮੰਡੀ ਵੱਲ ਝਾਕਣਾ, ਉਹਨੂੰ ਤਾਲਾ ਲੱਗ ਚੁੱਕਿਆ ਹੋਣਾ, ਫਿਰ ਕਿਸਾਨ ਕਿੱਥੇ ਜਾਏਗਾ? ਇਹ ਗੱਲਾਂ ਹੈ। ਹੋਰ ਵੀ ਇਹੋ ਜਿਹੇ ਛੋਟੀ ਛੋਟੀਆਂ ਬਹੁਤ ਸਾਰੀਆਂ ਗੱਲਾਂ।
ਉਸ ਤੋਂ ਬਾਅਦ ਸਾਡਾ ਵਿਰੋਧ ਇਹ ਹੈ ਵੀ ਜਦੋਂ ਨੇੜੇ ਤੇੜੇ ਦੇ 22 ਪਿੰਡਾਂ ਦੇ ਵਿੱਚੋਂ ਤੁਹਾਨੂੰ ਦੜਾਤਾ ਤਾਂ ਸਾਡੇ ਪਿੰਡ ਦੇ ਵਿੱਚ ਕੀ ਲੋੜ ਸੀ ਤੁਹਾਨੂੰ ਗੰਦ ਪਾਉਣ ਦੀ ਬਾਈ, ਕਿਉਂਕਿ ਪਿੰਡ ਦਾ ਕੋਈ ਹੈ ਹੀ ਨਹੀਂ ਉੱਥੇ ਬੈਠਾ। ਸਾਰੇ ਤੁਸੀਂ ਆਸੇ-ਪਾਸੇ ਕਲੋਨੀਆਂ ਦੇ 500 ਰੁਪਏ ਦੇ ਵਿੱਚ ਬੰਦੇ ਇਕੱਠੇ ਕੀਤੇ ਹੋਏ ਆ, ਠੀਕ ਹੈ। ਤੁਹਾਨੂੰ ਇਹ ਪ੍ਰੋਗਰਾਮ ਕਰਨਾ ਸੀ ਕਿਤੇ ਅਲੱਗ ਸੈਪਰੇਟ ਕਿਤੇ ਗਰਾਊਂਡ 'ਚ ਕਰ ਲੈਂਦੇ, ਕਿਸੇ ਕਲੋਨੀ 'ਚ ਹੀ ਕਰ ਲੈਂਦੇ, ਕੋਈ ਇਤਰਾਜ਼ ਨਹੀਂ ਸੀਗਾ। ਸਾਡੇ ਪਿੰਡ ਦੇ ਕਿਉਂ ਧੱਬਾ ਲਾਤਾ? ਅਸੀਂ ਕੀ ਮੂੰਹ ਲੈ ਕੇ ਜਾਵਾਂਗੇ? ਅਸੀਂ ਕੱਲ ਨੂੰ ਇੱਥੋਂ 10 ਗੱਡੀਆਂ ਭਰ ਕੇ ਅਸੀਂ ਦਿੱਲੀ ਚੱਲੇ ਆ। ਅਸੀਂ ਸਾਰੇ ਨੌਜਵਾਨਾਂ ਨੇ ਆਪਣੀ 10 ਨੌਹਾਂ ਦੀ ਕਿਰਤ ਕਮਾਈ ਵਿੱਚੋਂ ਪੈਸੇ ਵੀ ਇਕੱਠੇ ਕੀਤੇ ਆ। ਉਹਨਾਂ ਕਿਸਾਨ ਭਰਾਵਾਂ ਵਾਸਤੇ ਜਰਾਬਾਂ, ਮਫਰਲ, ਕੰਬਲ, ਲੋਈਆਂ, ਜਿੰਨਾ ਕਿ ਸਾਡੇ ਕੋਲ ਸਾਰੇ ਆ ਅਸੀਂ ਇਕੱਠਾ ਕੀਤਾ ਹੋਇਆ। ਚੰਡੀਗੜ੍ਹ ਪੇਂਡੂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸਾਡਾ ਇੱਕ ਕਾਫਲਾ ਜਿਹੜਾ 34 ਸੈਕਟਰ ਗੁਰਦੁਆਰਾ ਸਾਹਿਬ ਤੋਂ ਸਵੇਰੇ 8 ਵਜੇ ਅਰਦਾਸ ਕਰਕੇ ਤੁਰੇਗਾ ਤੇ ਸ਼ਾਮ ਤੱਕ ਉਮੀਦ ਆ ਵੀ ਅਸੀਂ ਉੱਥੇ ਪਹੁੰਚਾਂਗੇ। ਉਸ ਤੋਂ ਬਾਅਦ ਜਿਹਨੇ ਉੱਥੇ ਰੁਕਣਾ ਹੋਇਆ ਰੁਕੇਗਾ, ਜਿਹਨੇ ਕਾਫਲੇ ਨਾਲ ਵਾਪਸ ਆਣਾ ਹੋਇਆ ਵਾਪਸ ਆ ਜਾਏਗਾ। ਇੱਥੇ ਕੁਝ ਬੱਚੇ ਵੀ ਹੈਗੇ ਆ ਜਿਹੜੇ ਕਿ ਵਿਰੋਧ ਕਰ ਰਹੇ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹ ਕਿਉਂ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ। ਆਪਾਂ ਇਹ ਬੱਚਿਆਂ ਨਾਲ ਗੱਲ ਕਰਦੇ ਆ। आप क्यों इस चीज का विरोध कर रहे हो? मोदी साहब ने जेड़े अपने तिन्ने काले कानून लेने वापस ले रहे नहीं। किसान जेड़े उत्थे दिल्ली गए धरने ते पीछे नहीं हटूंगे। गुरु गोबिंद सिंह जी ने कहा था कि सानू मरना मंजूर है पर झुकना मंजूर नहीं हैगा। इन्होंने सब कुछ बेच दिया, अडानी बानी ट्रेना बेच दिया, एयरपोर्ट बेचे, सब कुछ बेच दिया। पर असीं इन्हां नूं इसलिए बनाया था अपना मुख्यमंत्री कि यह प्रधानमंत्री कि यह साडे देश लिए कुछ बनावे। पर ये नहीं कदे सोचा सीगा कि सब कुछ बेच के डानी बानी का घर पड़े। जब अंबानी जी का पोता होया था भज के गया। किसानों के उपर इन्होंने आंसू गैस के गोले छड्डे और वाटर कैन चलाए। इन्होंने सोचा सीगा कि ये किसान इन्हों तो पीछे हट के डरते मारे चले जाऊंगे। पर असी गुरु गोबिंद सिंह जी के शेर असी कदे नहीं हटूंगे जब तक अपने तिन्ने काले कानून वापस नहीं लाऊंगे। असी उत्थे तो दिल्ली तो कदे नहीं वापस आएंगे। असी खुद उत्थे दिल्ली जा रहे हैं। ਬੱਚੇ ਨੇ ਬੜਾ ਸਹੀ ਔਰ ਸਾਫ਼ ਦੇਖੋ, ਜਿਹੜੇ ਵੱਡੇ ਆ ਉਹ ਤਾਂ ਅਸੀਂ ਕਹਿ ਸਕਦੇ ਹਾਂ ਕਿਸੇ ਦੇ ਭਰਾ ਥੱਲੇ ਆ, ਪਰ ਇੱਕ ਬੱਚਾ, ਛੋਟਾ ਜਿਹਾ ਬੱਚਾ ਜਿਹੜੀ ਇਹ ਗੱਲ ਕਰ ਰਿਹਾ, ਇਹ ਆਪਣੇ ਦਿਲ ਦੀ ਗੱਲ ਜਾਂ ਉਹਨੇ ਜੋ ਮਹਿਸੂਸ ਕੀਤਾ ਉਹ ਗੱਲ ਇਹ ਵਿਅਕਤ ਕਰ ਰਿਹਾ। ਔਰ ਇਸ ਦਾ ਕਹਿਣਾ ਇਹ ਹੈ ਵੀ ਜਦੋਂ ਤੱਕ ਜਿਹੜੇ ਕਾਲੇ ਕਾਨੂੰਨ ਹੈ, ਖੇਤੀ ਕਾਨੂੰਨ ਹੈ, ਇਹ ਵਾਪਸ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨ ਦਿੱਲੀ ਤੋਂ ਵਾਪਸ ਨਹੀਂ ਆਣਗੇ। ਔਰ ਬਾਕੀ ਜਿਹੜੇ ਲੋਕ ਆ ਉਹ ਵੀ ਸ਼ਾਇਦ ਜਿਹੜੀ ਗੱਲ ਬੱਚੇ ਨੇ ਕਹੀ ਆ ਉਸੇ ਗੱਲ ਦੇ ਉੱਤੇ ਕਾਇਮ ਨੇ ਔਰ ਉਹੀ ਗੱਲ ਦੇ ਕਰਕੇ ਉਹ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਆ। ਔਰ ਸ਼ਾਇਦ ਉਸੇ ਦਾ ਹੀ ਪ੍ਰਭਾਵ ਹੈ ਕਿ ਜਿਹੜੇ ਹਰਿਆਣਾ ਬੀਜੇਪੀ ਦੇ ਅਧਿਕਸ਼ ਆ ਓਪੀ ਧਨਖੜ ਸਾਹਿਬ, ਉਹ ਸ਼ਾਇਦ ਇਸ ਫੰਕਸ਼ਨ 'ਚ ਜੋ ਕਿ ਅੱਜ ਉਹਨਾਂ ਨੇ ਇੱਥੇ ਮਹਾਂ ਪੰਚਾਇਤ ਰੱਖੀ ਸੀਗੀ ਉਸ 'ਚ ਨਹੀਂ ਆ ਰਹੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਦੜੂਆ ਪਿੰਡ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।